ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਰ ਰਹੇ ਸੀ ਤੇ ਉਸ ਸਮੇਂ 4 ਕਵੀ ਗੁਰੂ ਸਾਹਿਬ ਦੇ ਕੋਲ ਆਉਂਦੇ ਨੇ, ਕਾਨਾ, ਪੀਲੂ, ਛੱਜੂ ਤੇ ਹਸਨ। ਮੈਂ ਆਰੰਭ ਦੇ ਵਿੱਚ ਦੱਸ ਚੁੱਕਾ ਸੀ, ਇੱਕ ਡੋਮੈਸਟਿਕ ਰੀਜ਼ਨ, ਇੱਕ ਪਰਿਵਾਰਕ ਕਾਰਨ ਹੈ ਸ਼ਹਾਦਤ ਦੇ ਵਿੱਚ, ਬੜਾ ਛੋਟਾ ਜਿਹਾ। ਉਹ ਕਾਰਨ ਇਹ ਹੈ ਕਿ ਪ੍ਰਿਥੀ ਚੰਦ ਗੁਰਤਾ ਗੱਦੀ ਦਾ ਮਾਲਕ ਬਣਨਾ ਚਾਹੁੰਦਾ। ਹੁਣ ਇੱਕ ਦੂਸਰਾ ਕਾਰਨ ਜਿਹੜਾ ਧਾਰਮਿਕ, ਛੋਟਾ ਧਾਰਮਿਕ ਕਾਰਨ ਸ਼ੁਰੂ ਹੋਣ ਲੱਗਾ। ਇਹ ਕਾਨਾ, ਪੀਲੂ, ਛੱਜੂ ਤੇ ਹਸਨ, ਇਹ 4 ਕਵੀ। ਪੀਲੂ ਦਾ ਮਿਰਜ਼ਾ ਬੜਾ ਮਸ਼ਹੂਰ ਹੈ, ਇਸੇ ਤਰ੍ਹਾਂ ਹਸਨ ਦੀ ਬੜੀ ਪੋਇਟਰੀ ਮਿਲਦੀ ਹੈ। ਇਹ ਸਾਰੇ ਉਸ ਸਮੇਂ ਦੇ ਪੋਇਟ ਨੇ, ਚੰਗੇ ਕਵੀ ਨੇ, ਪਰ ਧੁਰ ਕੀ ਬਾਣੀ ਦੇ ਵਾਰਿਸ ਨਹੀਂ ਹੈਗੇ। ਧੁਰ ਕੀ ਬਾਣੀ ਤਾਂ ਗੁਰੂ ਸਾਹਿਬ ਨੇ ਉਹਨਾਂ ਦੀ ਵੀ ਸੰਭਾਲੀ ਜਿਹੜੇ ਗੁਰੂ ਸਾਹਿਬ ਨੂੰ ਮਿਲੇ ਹੀ ਨਹੀਂ। ਗੁਰੂ ਨਾਨਕ ਸਾਹਿਬ ਦਾ ਫਰੀਦ ਸਾਹਿਬ ਨਾਲ ਮਿਲਾਪ ਤੇ ਹੋਇਆ ਹੀ ਨਹੀਂ। ਫਰੀਦ ਸਾਹਿਬ 12ਵੀਂ ਸਦੀ ਦੇ ਵਿੱਚ, ਤੇ ਗੁਰੂ ਨਾਨਕ ਸਾਹਿਬ ਤਾਂ ਫਰੀਦ ਸਾਹਿਬ ਦੇ 13ਵੇਂ ਗੱਦੀ ਨਸ਼ੀਨ ਸੈਯਦ ਇਬਰਾਹੀਮ ਨੂੰ ਮਿਲੇ ਨੇ। ਪਰ ਬਾਣੀ ਨੂੰ ਕਿਉਂ ਸੰਭਾਲਿਆ? ਕਿਉਂਕਿ ਬਾਣੀ ਧੁਰ ਕੀ ਸੀ, ਧੁਰ ਕੀ ਬਾਣੀ ਸੀ। ਔਰ ਇਹ ਜਿਹੜੇ 4 ਕਵੀ ਆਏ ਗੁਰੂ ਸਾਹਿਬ ਦੇ ਕੋਲ, ਆ ਕੇ ਕਹਿੰਦੇ ਨੇ ਕਿ ਸਾਨੂੰ ਪਤਾ ਲੱਗਾ ਤੁਸੀਂ ਇੱਕ ਵੱਡਾ ਧਾਰਮਿਕ ਗ੍ਰੰਥ ਤਿਆਰ ਕਰ ਰਹੇ ਹੋ, ਸਾਡੀ ਬਾਣੀ ਵੀ ਉਹਦੇ ਵਿੱਚ ਸ਼ਾਮਲ ਕਰ ਲਓ। ਤੇ ਪਾਤਸ਼ਾਹ ਨੇ ਕਿਹਾ ਪੜ੍ਹ ਕੇ ਸੁਣਾਓ। ਸਾਰਿਆਂ ਨੇ ਆਪੋ ਆਪਣੀ ਰਚਨਾ ਪੜ੍ਹ ਕੇ ਸੁਣਾਈ। ਤੇ ਪਾਤਸ਼ਾਹ ਨੇ ਕਿਹਾ ਕਿ ਇਹ ਦੁਨਿਆਵੀ ਮਿਆਰ ਤੱਕ ਤਾਂ ਸੁਣੀ ਜਾ ਸਕਦੀ ਹੈ, ਪਰ ਇਹ ਉਹ ਰਚਨਾ ਨਹੀਂ ਜਿਹਦੇ ਨਾਲ ਦਰਗਾਹ ਦੇ ਵਿੱਚ ਕਬੂਲ ਹੋਇਆ ਜਾ ਸਕੇ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸ਼ਾਮਲ ਨਹੀਂ ਕੀਤੀ ਜਾ ਸਕਦੀ। ਇਹਨਾਂ ਦੇ ਵਿੱਚੋਂ ਜਿਹੜਾ ਕਾਨਾ ਸੀ ਉਹ ਚੰਦੂ ਦਾ ਰਿਸ਼ਤੇਦਾਰੀ 'ਚ ਭਰਾ ਲੱਗਦਾ ਸੀ। ਹੁਣ ਥੋੜ੍ਹਾ ਜਿਹਾ ਹੋਰ ਸਮਝਣ ਦਾ ਯਤਨ ਕਰਿਓ। ਉੱਧਰੋਂ ਗੁਰੂ ਹਰਗੋਬਿੰਦ ਸਾਹਿਬ ਜਵਾਨ ਹੋ ਗਏ ਨੇ, ਇਹਨਾਂ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ। ਤੇ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਰਿਸ਼ਤੇ ਨੇ ਆ ਜਾ ਕੇ ਵਿਚੋਲੇ ਕਰਾਉਂਦੇ ਸੀ। ਹੁਣ ਤਾਂ ਸੋਸ਼ਲ ਮੀਡੀਆ, ਮੈਟਰੀਮੋਨੀਅਲਸ, ਮੈਰਿਜ ਬਿਊਰੋ, ਬਹੁਤ ਕੁਛ ਹੈ। ਉਦੋਂ ਰਿਸ਼ਤੇ ਵਿਚੋਲੇ ਕਰਾਉਂਦੇ ਸੀ। ਸੋ ਇੱਕ ਪੰਡਿਤ ਵਿਚੋਲਾ ਜਿਹੜਾ ਉਹ ਰਿਸ਼ਤਾ ਲੈ ਕੇ ਆਇਆ ਚੰਦੂ ਦੀ ਬੇਟੀ ਦਾ ਗੁਰੂ ਸਾਹਿਬ ਦੇ ਬੇਟੇ ਗੁਰੂ ਹਰਗੋਬਿੰਦ ਸਾਹਿਬ ਦੇ ਵਾਸਤੇ। ਸੰਗਤ ਦੇ ਵਿੱਚ ਅਜੇ ਵਿਚਾਰ ਚੱਲ ਰਹੀ ਹੈ, ਅਜੇ ਕੋਈ ਜਵਾਬ ਨਹੀਂ ਦਿੱਤਾ ਗਿਆ। ਤੇ ਉਹ ਜਦੋਂ ਗੁਰੂ ਸਾਹਿਬ ਦੀ ਨੁਹਾਰ ਨੂੰ ਵੇਖਦਾ, ਗੁਰੂ ਸਾਹਿਬ ਨੂੰ ਇੰਨੀ ਸੋਹਣੀ ਸੁੰਦਰ ਸ਼ਖਸੀਅਤ ਨੂੰ ਵੇਖਦਾ। ਮੈਂ ਕੱਲ ਵੀ ਤੁਹਾਡੇ ਨਾਲ ਗੱਲ ਕੀਤੀ ਸੀ, ਜਦੋਂ ਨੂਰ ਜਹਾਂ ਨੇ ਗੁਰੂ ਸਾਹਿਬ ਦੇ ਦੀਦਾਰ ਕੀਤੇ ਸੀ ਨਾ, ਤੇ ਨੂਰ ਜਹਾਂ ਦੇ ਬਾਰੇ ਖੁਲਾਸਤੁਲ ਤਵਾਰੀਖ 'ਚ ਲਿਖਿਆ ਕਿ ਦੁਨੀਆ ਦੀ ਸਭ ਤੋਂ ਸੁੰਦਰ ਔਰਤ। ਤੇ ਨੂਰ ਜਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖ ਕੇ ਪਤਾ ਕੀ ਕਿਹਾ ਸੀ ਕਿ ਦੁਨੀਆ ਤੇ ਤੇਰੇ ਵਰਗਾ ਸੁੰਦਰ ਕੋਈ ਨਹੀਂ। ਗੁਰੂ ਹਰਗੋਬਿੰਦ ਸਾਹਿਬ ਦੇ ਬਾਰੇ ਤੇ ਕਹਿੰਦੀ ਮੈਂ ਇੱਕ ਗੱਲ ਦਾ ਜਵਾਬ ਚਾਹੁੰਦੀ ਹਾਂ ਕਿ ਤੂੰ ਇੰਨਾ ਸੁੰਦਰ ਤੇ ਦੁਨੀਆ ਦੀ ਸੁੰਦਰਤਾ ਤੇਰੇ ਚਰਨਾਂ ਤੇ ਝੁਕਦੀ ਹੈ, ਪਰ ਤੇਰੇ ਮਨ 'ਚ ਵਿਕਾਰ ਕਿਉਂ ਨਹੀਂ ਆਉਂਦੇ? ਤੂੰ ਇੰਨਾ ਸੁੰਦਰ, ਦੁਨੀਆ ਦੀ ਸੁੰਦਰਤਾ ਤੇਰੇ ਚਰਨਾਂ ਤੇ ਝੁਕਦੀ ਹੈ, ਤੇਰੇ ਮਨ 'ਚ ਵਿਕਾਰ ਕਿਉਂ ਨਹੀਂ ਆਉਂਦੇ? ਤੇ ਪਾਤਸ਼ਾਹ ਨੇ ਕਿਹਾ ਸੀ ਖੁਦਾ ਦੀ ਯਾਦ ਦੇ ਵਿੱਚ ਜੁੜਿਆ ਮੌਤ ਨੂੰ ਯਾਦ ਰੱਖੀਏ ਤੇ ਵਿਕਾਰ ਨੇੜੇ ਆਉਂਦੇ ਹੀ ਨਹੀਂ। ਖੁਦਾ ਦੀ ਯਾਦ ਦੇ ਵਿੱਚ ਜੁੜਿਆ ਮੌਤ ਨਾ ਭੁੱਲੇ, ਵਿਕਾਰ ਨੇੜੇ ਨਹੀਂ ਆਉਂਦੇ। ਸੋ ਉਸ ਸਮੇਂ ਇਹ ਜਿਹੜਾ ਗੁਰੂ ਸਾਹਿਬ ਦੀ ਸੀਰਤ ਨੂੰ, ਸੂਰਤ ਨੂੰ, ਉਹਨਾਂ ਦੀ ਸੁੰਦਰਤਾ ਨੂੰ ਜਦੋਂ ਇਹ ਵਿਚੋਲਾ ਵੇਖਦਾ ਤੇ ਜਾ ਕੇ ਚੰਦੂ ਨੂੰ ਕਹਿੰਦਾ ਕਿ ਮੈਂ ਗੁਰੂ ਅਰਜਨ ਦੇ ਪੁੱਤਰ ਨੂੰ ਵੇਖ ਕੇ ਧੀ ਦਾ ਰਿਸ਼ਤਾ ਜਿਹੜਾ ਉਹ ਤੈਅ ਕਰ ਆਇਆ। ਤੇ ਜਿਹੜਾ ਚੰਦੂ ਹੈ ਇਹ ਆ ਜਾ ਕੇ ਉਹਨਾਂ ਸਮਿਆਂ ਦੇ ਵਿੱਚ ਆਰਥਿਕ ਤੌਰ ਤੇ ਚੰਗੀ ਹੈਸੀਅਤ ਰੱਖਦਾ ਸੀ। ਤੇ ਇਹਦੀ ਜ਼ੁਬਾਨ ਤੋਂ ਇੱਕ ਸ਼ਬਦ ਨਿਕਲਿਆ, ਕਹਿੰਦਾ ਚੱਲ ਹੁਣ ਮੈਂ ਤੈਨੂੰ ਨਾ ਤੇ ਕੀ ਕਰਨੀ ਹੈ, ਪਰ ਤੂੰ ਚੁਬਾਰੇ ਦੀ ਇੱਟ ਨਾਲੀ 'ਚ ਲਾ ਆਇਆ। ਇਹ ਗੱਲ ਫੈਲ ਗਈ ਹੌਲੀ ਹੌਲੀ, ਸੰਗਤ ਦੇ ਵਿੱਚ ਇਹ ਗੱਲ ਆ ਗਈ ਕਿ ਗੁਰੂ ਸਾਹਿਬ ਦੇ ਦੀਦਾਰ, ਘਰ, ਦਰਬਾਰ ਤੇ ਗੁਰੂ ਸਾਹਿਬ ਦੇ ਰਿਸ਼ਤੇ ਦੇ ਬਾਰੇ ਚੰਦੂ ਨੇ ਆਹ ਸ਼ਬਦਾਵਲੀ ਵਰਤੀ ਹੈ, ਭਾਵੇਂ ਕਿ ਚੰਦੂ ਦੇ ਉਸ ਸਮੇਂ ਲਾਹੌਰ ਦੇ ਫੌਜਦਾਰ ਦੇ ਨਾਲ ਚੰਗੇ ਸੰਬੰਧ ਸਨ। ਜਦੋਂ ਇਹ ਗੱਲ ਸੰਗਤ ਦੇ ਵਿੱਚ ਪਹੁੰਚੀ ਤੇ ਗੁਰੂ ਪਾਤਸ਼ਾਹ ਤੱਕ ਵੀ ਪਹੁੰਚੀ ਕਿ ਚੰਦੂ ਨੇ ਆਹ ਸ਼ਬਦ ਵਰਤੇ ਨੇ ਕਿ ਜਿਹੜਾ ਵਿਚੋਲਾ, ਮੀਡੀਏਟਰ ਗੁਰੂ ਸਾਹਿਬ ਨੂੰ ਵੇਖ ਕੇ ਗਿਆ ਸੀ, ਉਹਨੂੰ ਚੰਦੂ ਨੇ ਕਿਹਾ ਕਿ ਚੁਬਾਰੇ ਦੀ ਇੱਟ, ਤੇ ਅਸੀਂ ਤਾਂ ਬੜੇ ਉੱਚੇ ਖਾਨਦਾਨ ਵਾਲੇ ਸੀ, ਤੂੰ ਨੀਵੇਂ ਘਰ ਰਿਸ਼ਤਾ ਲੈ ਕੇ ਆਇਆ। ਤੇ ਸੰਗਤ ਨੇ ਕਿਹਾ ਪਾਤਸ਼ਾਹ ਚੰਦੂ ਨੇ ਗੁਰੂ ਘਰ ਦਾ ਨਿਰਾਦਰ ਕੀਤਾ ਹੈ, ਹੁਣ ਇਹ ਰਿਸ਼ਤਾ ਸਵੀਕਾਰ ਨਹੀਂ ਕੀਤਾ ਜਾਵੇਗਾ। ਹੁਣ ਸੰਗਤ ਦੀ ਗੁਰੂ ਪਾਤਸ਼ਾਹ ਹਮੇਸ਼ਾ ਮੰਨਦੇ ਸੀ, ਰਿਸ਼ਤੇ ਦਾ ਇਨਕਾਰ ਕਰ ਦਿੱਤਾ ਗਿਆ। ਘਰ ਦੇ ਵਿੱਚ ਪ੍ਰਿਥੀ ਚੰਦ ਵੈਰੀ,
ਇਸ ਗੁਰਬਾਣੀ ਦੇ ਸਾਹਿਤਕ ਖੇਤਰ ਦੇ ਵਿੱਚ ਬਾਣੀ ਦਰਜ ਕਰਾਉਣ ਵਾਲੇ 4 ਕਵੀ ਜਿਹੜੇ ਸੀ ਉਹ ਵੈਰੀ। ਉਹਨਾਂ ਤੋਂ ਬਾਅਦ ਜਿਹੜਾ ਕਾन्हा ਹੈ ਉਹਦਾ ਰਿਸ਼ਤੇਦਾਰ ਚੰਦੂ ਉਹ ਰਿਸ਼ਤੇ ਤੋਂ ਵੈਰੀ। ਸੋ ਇਹ ਕੁਝ ਛੋਟੇ ਛੋਟੇ ਕਾਰਨ ਤਾਂ ਪਹਿਲਾਂ ਹੀ ਗੁਰੂ ਸਾਹਿਬ ਦੇ ਦੁਆਲੇ ਇਕੱਠੇ ਹੋ ਗਏ। ਔਰ ਉਹਨਾਂ ਦਿਨਾਂ ਦੇ ਵਿੱਚ ਬੀਰਬਲ ਕੁਦਰਤਨ ਇਸ ਇਲਾਕੇ ਦੇ ਵਿੱਚ ਆਇਆ ਹੋਇਆ ਸੀ ਚਕਾਵੇ ਦੇ ਵਾਸਤੇ। ਉਹ ਰਸਮ ਬੜੀ ਲੰਮੀ ਹੈ, ਮੈਂ ਤੁਹਾਨੂੰ ਬਾਅਦ 'ਚ ਦੱਸੂਗਾ। ਉਹ ਚਕਾਵਾ ਇਸ ਤਰ੍ਹਾਂ ਹੁੰਦਾ ਸੀ ਕਿ ਜਿਹੜੇ ਘਰਾਂ ਦੇ ਵਿੱਚ ਵਿਆਹ ਹੁੰਦਾ ਸੀ ਨਾ, ਤੇ ਵਿਆਹ ਵਾਲੇ ਘਰ ਦੇ ਵਿੱਚੋਂ ਟੈਕਸ ਦੇ ਰੂਪ ਵਿੱਚ 1 2 5 ਰੁਪਏ ਜਿਹੜੇ ਆ ਉਹ ਕਿਸੇ ਵਜ਼ੀਰ ਨੂੰ ਦਿੱਤੇ ਜਾਂਦੇ ਸੀ। ਤੇ ਉਹ ਇਸ ਇਲਾਕੇ ਦੇ ਵਿੱਚ ਆਇਆ। ਜਦੋਂ ਇੱਧਰ ਆਇਆ ਤਾਂ ਉਸ ਵੇਲੇ ਇਹ ਪਤਾ ਲੱਗਾ ਕਿ ਯੂਸਫ ਜ਼ਈਆਂ ਨੇ ਪਾਕਿਸਤਾਨ ਦੇ ਵਿੱਚ, ਜਿਹੜਾ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਸਰਹੱਦ ਹੈ, ਉੱਥੇ ਯੂਸਫ ਜਈ ਪਠਾਣਾ ਨੇ ਬਗਾਵਤ ਕਰ ਦਿੱਤੀ ਹੈ। ਉਸ ਬਗਾਵਤ ਨੂੰ ਦਬਾਉਣ ਦੇ ਵਾਸਤੇ ਪਹਿਲਾਂ ਵੀ ਕਈ ਜਰਨੈਲ ਗਏ ਜਿਹੜੇ ਮਾਰੇ ਗਏ। ਅਖੀਰ ਦੇ ਵਿੱਚ ਟਾਸ ਪਈ ਅਬੁਲ ਫਜ਼ਲ ਦੇ ਵਿੱਚ ਤੇ ਬੀਰਬਲ ਦੇ ਵਿੱਚ। ਉਹ ਟਾਸ ਜਦੋਂ ਪਈ, ਸਿੱਕਾ ਜਿਹੜਾ ਸੀ ਸੁੱਟਿਆ ਗਿਆ, ਬੀਰਬਲ ਦਾ ਨਾਮ ਆ ਗਿਆ ਤੇ ਬੀਰਬਲ ਨੂੰ ਜਾਣਾ ਪੈ ਗਿਆ। ਅਸੀਂ ਅਕਬਰ ਬੀਰਬਲ ਦੀਆਂ ਕਹਾਣੀਆਂ ਬਹੁਤ ਸੁਣਦੇ ਹਾਂ ਔਰ ਸਾਡੇ ਬੱਚਿਆਂ ਨੂੰ ਪਤਾ ਵੀ ਅਕਬਰ ਕੌਣ ਸੀ, ਬੀਰਬਲ ਕੌਣ ਸੀ, ਪਰ ਇਹ ਨਹੀਂ ਪਤਾ ਕਿ ਜਦੋਂ ਅਕਬਰ ਜੋਧਾ ਬਾਈ ਨੂੰ ਵਿਆਹ ਕੇ ਲੈ ਕੇ ਆਇਆ ਸੀ ਤੇ ਜੋਧਾ ਬਾਈ ਦੇ ਚਾਚੇ ਭਗਵਾਨ ਦਾਸ ਨੇ ਇਸ ਮਹੇਸ਼ ਦਾਸ ਨੂੰ ਦਾਜ ਦੇ ਵਿੱਚ ਦਿੱਤਾ ਸੀ। ਇਹਦਾ ਨਾਮ ਮਹੇਸ਼ ਦਾਸ ਸੀ, ਜਿਸ ਨੂੰ ਅਸੀਂ ਬੀਰਬਲ ਦੇ ਨਾਮ ਦੇ ਨਾਲ ਬੜਾ ਮਸ਼ਹੂਰ ਕੀਤਾ, ਬੜਾ ਹਾਜ਼ਰ ਜਵਾਬ। ਜਦੋਂ ਇਹ ਪੰਜਾਬ ਆਇਆ ਤੇ ਇਹਦੇ ਤੱਕ ਅਪਰੋਚ ਕੀਤੀ ਪ੍ਰਿਥੀ ਚੰਦ ਨੇ, ਕਾਨੇ ਨੇ ਤੇ ਉਸ ਤੋਂ ਇਲਾਵਾ ਚੰਦੂ ਨੇ। ਕੁਝ ਸਰੋਤ ਇਹ ਵੀ ਕਹਿੰਦੇ ਨੇ ਕਿ ਕਾਨੇ ਦੀ ਮੌਤ ਹੋ ਚੁੱਕੀ ਸੀ ਤੇ ਇਹ ਵੀ ਦੋਸ਼ ਗੁਰੂ ਸਾਹਿਬ ਦੇ ਉੱਪਰ ਲੋਕਾਂ ਦੇ ਵਿੱਚ ਫੈਲਾ ਦਿੱਤਾ ਗਿਆ ਕਿ ਕਾਨੇ ਨੂੰ ਗੁਰੂ ਸਾਹਿਬ ਨੇ ਮਰਵਾ ਦਿੱਤਾ ਤੇ ਇਸ ਕਰਕੇ ਇਹ ਵੀ ਸ਼ਿਕਾਇਤ ਵਿੱਚ ਸ਼ਾਮਲ ਕਰਕੇ ਬੀਰਬਲ ਨੂੰ ਮਿਲਿਆ ਗਿਆ। ਤੇ ਬੀਰਬਲ ਨੇ ਇਹਨਾਂ ਸਾਰਿਆਂ ਦੀ ਸ਼ਿਕਾਇਤ ਸੁਣ ਕੇ ਪਤਾ ਕੀ ਕਿਹਾ? ਕਹਿੰਦਾ ਅਜੇ ਤੇ ਮੈਂ ਯੂਸਫ ਜਈ ਪਠਾਣਾ ਦੀ ਬਗਾਵਤ ਨੂੰ ਦਬਾਉਣ ਵਾਸਤੇ ਜਾ ਰਿਹਾ ਤੇ ਵਾਪਸੀ ਦੇ ਉੱਪਰ ਗੁਰੂ ਨੂੰ ਦਬਾ ਕੇ ਜ਼ਰੂਰ ਜਾਊਂਗਾ। ਮੇਰਾ ਸੁਨੇਹਾ ਗੁਰੂ ਤੱਕ ਦੇ ਦਿਓ ਕਿ ਜਾਂ ਤਾਂ ਗੁਰਤਾ ਗੱਦੀ ਜਿਹੜੀ ਆ ਛੱਡ ਦੇਵੇ, ਨਹੀਂ ਤੇ ਵਾਪਸੀ ਦੇ ਉੱਪਰ ਮੇਰੇ ਨਾਲ ਸਿੱਝਣਾ ਪਵੇਗਾ। ਜਦੋਂ ਗੁਰੂ ਸਾਹਿਬ ਤੱਕ ਇਹ ਗੱਲ ਗਈ ਤੇ ਸੰਗਤ ਦੇ ਵਿੱਚ ਬੈਠੇ ਗੁਰੂ ਪਾਤਸ਼ਾਹ ਬੜੇ ਵਜ਼ਨ ਤੇ ਪਿਆਰ ਦੇ ਵਿੱਚ ਕਹਿੰਦੇ ਨੇ, ਬੀਰਬਲ ਮੇਰੇ ਨਾਲ ਤੇ ਤਾਂ ਸਿੱਝੇਗਾ ਨਾ ਜੇ ਵਾਪਸ ਆਏਗਾ। ਬੀਰਬਲ ਉੱਥੇ ਗਿਆ ਤੇ ਯੂਸਫ ਜਈ ਪਠਾਣਾ ਦੇ ਹੱਥੋਂ ਉੱਥੇ ਹੀ ਮਾਰਿਆ ਗਿਆ। ਉਸ ਤੋਂ ਬਾਅਦ ਸੁਲਹੀ ਖਾਨ ਦਾ ਹਮਲਾ, ਸੁਲਭੀ ਖਾਨ ਦਾ ਹਮਲਾ, ਇਹ ਕਈ ਹਮਲੇ ਜਿਹੜੇ ਗੁਰੂ ਸਾਹਿਬ ਦੇ ਉੱਪਰ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਗੁਰੂ ਸਾਹਿਬ ਤੱਕ ਪਹੁੰਚ ਨਾ ਸਕੇ। ਉਸ ਤੋਂ ਬਾਅਦ ਵਕਤ ਦਾ ਅੱਜ ਫਿਰ ਕਾਫੀ ਜੀ ਮੈਨੂੰ ਦੱਸ ਦਿਓ, ਪਰ ਆਪਾਂ ਸਬਜੈਕਟ ਪੂਰਾ ਫਿਰ ਕਰਾਂਗੇ। ਉਸ ਤੋਂ ਬਾਅਦ ਇੱਕ ਸਭ ਤੋਂ ਵੱਡਾ ਅਹਿਮ ਘਟਨਾਕ੍ਰਮ, ਉਹ ਘਟਨਾਕ੍ਰਮ ਇਹ ਹੈ ਕਿ ਅਕਬਰ ਦੀ ਮੌਤ ਹੋ ਜਾਂਦੀ ਹੈ। ਅਕਬਰ ਦੀ ਮੌਤ ਤੋਂ ਬਾਅਦ ਅਕਬਰ ਦਾ ਬੇਟਾ ਖੁਸਰੋ ਜਿਹੜਾ ਉਹ ਗੱਦੀ ਦਾ ਵਾਰਿਸ ਬਣਨਾ ਚਾਹੁੰਦਾ ਹੈ। ਦੂਜੇ ਪਾਸੇ ਜਿਹੜਾ ਜਹਾਂਗੀਰ ਹੈ ਉਹ ਚਾਹੁੰਦਾ ਹੈ ਕਿ ਇਹ ਗੱਦੀ ਜਿਹੜੀ ਹੈ ਇਹ ਮੇਰੇ ਕੋਲ ਰਵੇ। ਤੇ ਜਹਾਂਗੀਰ ਦੇ ਦਰਬਾਰ ਦੇ ਵਿੱਚ ਉਦੋਂ ਤੱਕ ਨਕਸ਼ਬੰਦੀਆਂ ਦਾ ਪੂਰਾ ਜ਼ੋਰ ਜਿਹੜਾ ਉਹ ਹੋ ਚੁੱਕਾ ਸੀ। ਤੁਹਾਨੂੰ ਯਾਦ ਹੋਵੇਗਾ, ਸ਼ਾਇਦ ਬਜ਼ੁਰਗਾਂ ਨੂੰ ਯਾਦ ਹੋਵੇਗਾ ਜੀ, ਇੱਕ ਪਾਕਿਸਤਾਨ ਟੈਲੀਵਿਜ਼ਨ ਤੇ ਪ੍ਰੋਗਰਾਮ ਚੱਲਦਾ ਹੁੰਦਾ ਸੀ ਮੀਨਾ ਬਾਜ਼ਾਰ, ਯਾਦ ਹੈ ਜੀ, PTV ਤੇ। ਇਹ ਮੀਨਾ ਬਾਜ਼ਾਰ ਪਾਕਿਸਤਾਨ ਟੈਲੀਵਿਜ਼ਨ ਤੇ ਬਾਅਦ ਚ ਚੱਲਿਆ। ਸਭ ਤੋਂ ਪਹਿਲਾਂ ਲਾਲ ਕਿਲੇ ਚ ਅਕਬਰ ਨੇ ਸ਼ੁਰੂ ਕੀਤਾ ਸੀ। ਔਰ ਇਹ ਪ੍ਰੋਗਰਾਮ ਪਤਾ ਕਿਵੇਂ ਦਾ ਸੀ ਕਿ ਜਿਹੜੇ ਅਕਬਰ ਦੇ ਕੋਲੋਂ ਲੋਕ ਆਪਣਾ ਕੰਮ ਲੈਣਾ ਚਾਹੁੰਦੇ ਸੀ, ਆਪਣੀਆਂ ਸੁੰਦਰ ਔਰਤਾਂ ਨੂੰ ਤਿਆਰ ਕਰਕੇ ਅਕਬਰ ਨੂੰ ਵਿਖਾਉਣ ਲੈ ਕੇ ਜਾਂਦੇ ਹੁੰਦੇ ਸੀ। ਇਹ ਹਫ਼ਤੇ 'ਚ ਇੱਕ ਦਿਨ ਹੁੰਦਾ ਸੀ। ਇਹਨੂੰ ਮੀਨਾ ਬਾਜ਼ਾਰ ਕਿਹਾ ਜਾਂਦਾ ਸੀ। ਅਕਬਰ ਨੇ ਨਾਲ ਹੀ ਉਦੋਂ ਦੀਨੇ ਇਲਾਹੀ ਜਿਹੜਾ ਸੀ ਉਹ ਵੀ ਸ਼ੁਰੂ ਕਰ ਦਿੱਤਾ। ਪਰ ਜਿਹੜੇ ਨਕਸ਼ਬੰਦੀ ਸੀ ਉਹਦੇ ਰਾਜ ਦੇ ਵਿੱਚ, ਨਕਸ਼ਬੰਦੀ ਇੱਕ ਸੂਫੀਆਂ ਦਾ ਸਿਲਸਿਲਾ ਹੈ ਜਿਨ੍ਹਾਂ ਦਾ ਇੱਕ ਅਸੂਲ ਹੈ ਅਸ ਸ਼ਰਾ ਤਹਿਤ ਉਲ ਸੈਫ, ਕਿ ਜਿਹੜਾ ਇਸਲਾਮ ਹੈ ਉਸ ਨੂੰ ਤਲਵਾਰ ਦੇ ਨਾਲ ਹੀ ਫੈਲਾਇਆ ਜਾ ਸਕਦਾ ਹੈ। ਤੇ ਤਲਵਾਰ ਦੇ ਨਾਲ ਉਦੋਂ ਫੈਲਾਇਆ ਜਾ ਸਕਦਾ ਹੈ ਜਦੋਂ ਧਾਰਮਿਕ ਲੋਕ ਰਾਜਨੀਤੀ ਦੇ ਉੱਪਰ ਕਾਬਜ ਹੋਣ। ਇਹ ਨਕਸ਼ਬੰਦੀਆਂ ਦਾ ਅਸੂਲ ਹੈ। ਤੇ ਉਸ ਸਮੇਂ ਅਕਬਰ ਦੇ ਦਰਬਾਰ ਦੇ ਵਿੱਚ ਇੱਕ ਨਕਸ਼ਬੰਦੀ ਆਗੂ ਸੀ, ਉਸ ਦਾ ਨਾਮ ਸੀ ਮੁਹੰਮਦ ਬਾਕੀ ਬਿੱਲਾ। ਮੁਹੰਮਦ ਬਾਕੀ ਬਿੱਲਾ ਹੌਲੀ ਹੌਲੀ ਅਕਬਰ ਦੇ ਦਰਬਾਰੀਆਂ ਨੂੰ ਭੜਕਾ ਰਿਹਾ ਸੀ
कि किसी ना किसी तरीके दे नाल अकबर की मौत तो बाद ये जिहड़ा राज है ये उपर धार्मिक विचारधारा नक्शबंदियां की कायम हो जाए। और जेकर तुसी लाइफ ऑफ अकबर अंग्रेजी दे विच कुछ स्रोत मिलते हैं उन्हां दे विच ये भी पता लगता है कि अकबर मरिया नहीं, जहर दे के मारिया गया। खैर किसी भी तरीके दे नाल हुई, चाहे कुदरती चाहे कॉन्सीपरेसी, अकबर की मौत तो बाद जहांगीर ते जिहड़ा जहांगीर है ये उन्हां नक्शबंदियां नूं पहलां ही प्रॉमिस कर चुका सी कि जेकर राज गद्दी मेरे कोल आई ते मैं अपने राज नूं तुहाडी नक्शबंदी परंपरा के अनुसार चलावांगा। पर उदों इहदे राज दो परंपरावां चल रही सी। वो मैं थोड़ा जिहा अगे जाके थोड़ा जिहा तुहानूं समझाउण दा यतन करदा जदों असीं गुरु साहब की शहादत की गल करांगे। सो मुहम्मद बाकी बिल्ला जिहड़ा इहदा इहदे दरबार दे विच बड़ा प्रभाव सी ते उस तो प्रभावित हो के जहांगीर का एक खास दरबारी जिसका नाम सी शेख फरीद बुखारी। शेख फरीद बुखारी जिहड़ा सी वो चेला बन गया बाकी बिल्ला का। नक्शबंदी सिलसिला जिहड़ा सी इहदी फौज दे विच फैलना शुरू हो गया। बहुत सारी इहदी फौज के अहलकार, बंसबदार, सिपाही ते अहुदेदार वो सारे नक्शबंदी विचारधारा दे नाल जुड़ गए। जिन्हों असीं कहने धर्म की कट्टड़ शरा जां शरीयत के कानून उन्हां दे नाल जुड़ गए। उधरों पंजाब दे विच फतेहगढ़ साहब जिसनूं अज कहा जाता सरहंद दे विच जन्म लैण वाला शेख अहमद सरहंदी जिहड़ा जम्मू कश्मीर दे विच पढ़ के आया सी, वो जदों वड्डा होया तो वह हज के वास्ते जा रहा। जदों हज के वास्ते जाता वो दिल्ली रुकिया तो दिल्ली उसकी मुलाकात शेख फरीद बुखारी के नाल हुई। शेख फरीद बुखारी ने कहा कि मेरा जिहड़ा मुर्शद है मुहम्मद बाकी बिल्ला, इन्हां तिन्हां दे विच मुलाकात हुंदी है। जदों तिन्हां दे विच मुलाकात हुंदी है ना तो बाकी बिल्ला शेख अहमद सरहंदी नूं कहंदा कि तू बहुत इंटैलीजेंट है, बड़ा रोशन दिमाग है, जे इस्लाम की सेवा कर सकता तो तू कर सकता, तेरे तो बिना कर नहीं सकता, तू मुजद्दद है। मुजद्दद द पावर रिफॉर्मर ऑफ इस्लाम, तू मुजद्दद है, इस्लाम की सेवा जे कर सकता तू कर सकता है। इस तो बाद बाकी बिल्ला की तो बहुत हो गई। ये हज करके जो वापस आया तो इन्हें अपने आप को ऐलान दिता मुजद्दद अलफ थानी। अलफ 1000 थानी साल बाद पैदा होने वाला ते मुजद्दद रिफॉर्मर। इस्लाम दे विच यकीन किया जाता है कि जदों उन्हां दे धर्म दे विच बहुत सारियां गिरावटां आ जांदियां ने ते एक रिफॉर्मर जन्म लैंदा है जिहड़ा मुहम्मद साहब दे वल्लों पैदा की गई शरह नूं फिर प्रवाहित करता है। सो इस ने उत्थे अपने आप नूं मुजद्दद अखवाउणा शुरू कर दिता ते जदों ये मुजद्दद अखवा रहा है उहदे नाल ही ये चिट्ठियां दे नाल लोकां नूं सुनेहे भेज के अपने नक्शबंदी सिलसिले का प्रचार कर रहा। और उन्हां चिट्ठियां का नाम है मकतूबाते इमाम रबानी। उन्हां दी अरबी की एक अनुवाद जिहड़ा वो मदीने की लाइब्रेरी दे विच पिया है, एक अंग्रेजी अनुवाद जिहड़ा वो लिबनान की लाइब्रेरी विच पिया है, एक उसका जिहड़ा उतारा पाकिस्तान दे विच पिया है। उसनूं कहा जाता मकतूबाते इमाम रबानी। मकतूबात लिखे हुए खत इमाम रबानी दे, ये जिहड़ा मुजद्दद अपने आप को इमाम रबानी भी अखवाउंदा सी। हुण इहदे वास्ते सब तो वड्डी समस्या की है कि जेकर उसने उस इलाके दे विच मुजद्दद अखवाउणा है तो सारा इलाका दीन के अधीन होना चाहिए, जिहड़ी कल आपां गल कीती सी दारुल इस्लाम, पर प्रचार सिੱਖੀ ਦਾ हो रहा। इस करके वो चाहुंदा है कि किसी ना किसी तरीके दे नाल गुरु अर्जन साहब को खत्म किया जाए। प्रचार सिੱਖੀ ਦਾ हो रहा है तो वह अपने आप को मुजद्दद अखवाउणा चाहुंदा है, पर उसकी गल बन नहीं रही। वो दरबार दे विच पूरी तरह दे नाल अपनी दखलअंदाजी रखता है, पर कुछ हो नहीं रहा। चलद्या चलद्या खुसरो बगावत कर दिंदा है। जदों खुसरो बगावत करके पंजाब वाल नूं तुरदा है तो शेख निज़ाम थानेसरी इस नूं आशीर्वाद दिंदा है। इहदे दो साथी अब्दुल ते रहीम बेग वो इस दे नाल ने। जदों ये लाहौर दे कोल पहुँचता है तो उस वेले लाहौर का जिहड़ा फौजदार है वो इसका मुकाबला करता है तो यदा पिछा करता आ रहा शेख फरीद बुखारी। तो शेख फरीद बुखारी के पिछे ने जहांगीर दियां फौजां।
ਇਹ ਸਾਰੇ ਉਸ ਦੇ ਪਿੱਛੇ ਪਿੱਛੇ ਆ ਰਹੇ ਨੇ, ਇਹ ਅੱਗੇ ਭੱਜ ਰਿਹਾ, ਇਹ ਕਾਬਲ ਪਹੁੰਚਣਾ ਚਾਹੁੰਦਾ ਹੈ। ਪਰ ਜਿੱਥੋਂ ਇਹਨੇ ਦਰਿਆ ਦਾ ਪੱਤਣ ਪਾਰ ਕਰਨਾ ਸੀ, ਉੱਥੋਂ ਤੱਕ ਪਹਿਲਾਂ ਹੀ ਸ਼ੇਖ ਫਰੀਦ ਬੁਖਾਰੀ ਦੇ ਬੁਲਾਹਾਂ ਨੂੰ ਖਬਰਾਂ ਭੇਜ ਦਿੱਤੀਆਂ ਕਿ ਇੱਕ ਸਾਡਾ ਭੱਜਿਆ ਹੋਇਆ ਬਾਗੀ ਜਿਹੜਾ ਸਾਡਾ ਇੱਕ ਰਾਜਕੁਮਾਰ ਆ, ਉਸਨੇ ਦਰਿਆ ਦਾ ਪੱਤਣ ਪਾਰ ਕਰਨਾ ਹੈ। ਜੇ ਤੁਸੀਂ ਉਸ ਨੂੰ ਗ੍ਰਿਫਤਾਰ ਕਰਵਾ ਦਿਓਗੇ ਤੇ ਅਸੀਂ ਤੁਹਾਨੂੰ ਮੂੰਹ ਮੰਗੇ ਇਨਾਮ ਦੇਵਾਂਗੇ। ਸੋ ਇੱਕ ਪੱਤਣ ਦੇ ਉੱਪਰੋਂ ਦਰਿਆ ਪਾਰ ਕਰਦਾ ਖੁਸਰੋ ਨੂੰ ਗ੍ਰਿਫਤਾਰ ਕਰਵਾ ਦਿੱਤਾ ਜਾਂਦਾ ਹੈ। ਖੁਸਰੋ ਨੂੰ ਗ੍ਰਿਫਤਾਰ ਕਰਾ ਕੇ ਲਾਹੌਰ ਲਿਆਂਦਾ ਜਾਂਦਾ ਹੈ ਤੇ ਉਧਰੋਂ ਸ਼ੇਖ ਫਰੀਦ ਬੁਖਾਰੀ ਵੀ ਉੱਥੇ ਪਹੁੰਚ ਜਾਂਦਾ ਹੈ ਲਾਹੌਰ, ਤੇ ਇਧਰੋਂ ਜਹਾਂਗੀਰ ਵੀ ਉੱਥੇ ਪਹੁੰਚ ਜਾਂਦਾ ਹੈ। ਗੁਰੂ ਸਾਹਿਬ ਦੇ ਨਾਲ ਉਦੋਂ ਤੱਕ ਕੋਈ ਗੱਲਬਾਤ ਨਹੀਂ, ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ, ਕੋਈ ਗੱਲਬਾਤ ਨਹੀਂ। ਪਰ ਸ਼ੇਖ ਅਹਿਮਦ ਸਰਹੰਦੀ ਜਿਹੜਾ, ਉਹਦੀਆਂ ਚਿੱਠੀਆਂ ਦੇ ਵਿੱਚ ਸ਼ੇਖ ਫਰੀਦ ਬੁਖਾਰੀ ਨੂੰ ਜ਼ਰੂਰ ਸੰਦੇਸ਼ ਮਿਲਦੇ ਨੇ ਵੀ ਕਿਸੇ ਤਰੀਕੇ ਦੇ ਨਾਲ ਇਸ ਗੁਰੂ ਨੂੰ ਖਤਮ ਜ਼ਰੂਰ ਕੀਤਾ ਜਾਵੇ। ਅਗਲੀ ਗੱਲ ਦੇ ਵਿੱਚ ਹੋਰ ਵੀ ਸਪਸ਼ਟ ਹੋ ਜਾਵੇਗਾ। ਸੋ ਹੁਣ ਜਹਾਂਗੀਰ ਸਜ਼ਾ ਦੇਣਾ ਚਾਹੁੰਦਾ ਹੈ ਜਿਨ੍ਹਾਂ ਨੇ ਖੁਸਰੋ ਦੀ ਬਗਾਵਤ ਦੇ ਵਿੱਚ ਮਦਦ ਕੀਤੀ। ਉਹ ਸ਼ੇਖ ਨਿਜ਼ਾਮ ਥਾਨੇਸਰੀ ਨੂੰ ਕਤਲ ਨਹੀਂ ਕਰਦਾ, ਉਹ ਸ਼ੇਖ ਨਿਜ਼ਾਮ ਥਾਨੇਸਰੀ ਨੂੰ ਪੈਸੇ ਦੇ ਕੇ ਹਾਜ਼ਲੀ ਤੋਰ ਦਿੰਦਾ, ਜਿਹਨੂੰ ਸੱਭਿਅਕ ਸ਼ਬਦਾਂ 'ਚ ਅਸੀਂ ਦੇਸ਼ ਨਿਕਾਲਾ ਕਹਿ ਦਈਏ ਕਿ ਤੂੰ ਵਾਪਸ ਨਹੀਂ ਆਉਣਾ, ਉਸ ਨੂੰ ਕੱਢ ਦਿੰਦਾ। ਉਸ ਤੋਂ ਬਾਅਦ ਖੁਸਰੋ ਜਿਹੜਾ, ਉਹਦੀਆਂ ਅੱਖਾਂ ਦੇ ਵਿੱਚ ਪਿਘਲਿਆ ਹੋਇਆ ਸ਼ੀਸ਼ਾ ਪਾ ਕੇ ਅੰਨਾ ਕਰ ਦਿੱਤਾ ਜਾਂਦਾ ਹੈ। ਖੁਸਰੋ ਦੇ ਜਿਹੜੇ 40 ਜਰਨੈਲ ਹੁੰਦੇ ਨੇ, ਉਹਨਾਂ ਦੇ ਸਿਰ ਵੱਢ ਕੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਟੰਗ ਦਿੱਤੇ ਜਾਂਦੇ ਨੇ। ਤੇ ਖੁਸਰੋ ਦੇ ਜਿਹੜੇ ਸਭ ਤੋਂ ਨੇੜੇ ਦੇ ਦੋ ਸਾਥੀ ਨੇ, ਰਹੀਮ ਬੇਗ ਤੇ ਅਬਦੁੱਲਾ, ਇੱਕ ਨੂੰ ਗਧੇ ਦੀ ਖਲ ਦੇ ਵਿੱਚ ਤੇ ਇੱਕ ਨੂੰ ਬੈਲ ਦੀ ਖਲ ਦੇ ਵਿੱਚ ਸੀ ਦਿੱਤਾ ਜਾਂਦਾ ਹੈ। ਇੱਕ ਦੀ ਮੌਤ ਅਗਲੇ ਦਿਨ ਹੋ ਜਾਂਦੀ ਹੈ ਤੇ ਦੂਸਰੇ ਦੀ ਮੌਤ 2.5 ਪੈਰ ਬਾਅਦ ਹੋ ਜਾਂਦੀ ਹੈ। ਇਹਨਾਂ ਦੋਵਾਂ ਦੀ ਮੌਤ ਹੋ ਜਾਂਦੀ ਹੈ। ਹੁਣ ਤੁਸੀਂ ਇੱਕ ਗੱਲ ਨੂੰ ਸਮਝਿਓ, ਸ਼ਾਇਦ ਹੁਣ ਨਵੇਂ ਸਰੋਤਾਂ ਦੇ ਵਿੱਚ ਉਹਦੀ ਸੋਧ ਹੋ ਗਈ ਹੈ, ਪੁਰਾਣੇ ਬਜ਼ੁਰਗਾਂ ਨੂੰ ਬਹੁਤ ਪਤਾ ਹੋਵੇਗਾ ਨਾ। ਇੱਕ ਥਾਂ ਤੇ ਪਹਿਲਾਂ ਸਾਨੂੰ ਉਹਨਾਂ ਸਰੋਤਾਂ 'ਚ ਮਿਲਦਾ ਹੁੰਦਾ ਸੀ ਕਿ ਗੁਰੂ ਸਾਹਿਬ ਨੂੰ ਗਾਈ ਦੇ ਚਮੜੇ ਦੇ ਵਿੱਚ ਮੜਨ ਦਾ ਜਿਹੜਾ ਉਹ ਪ੍ਰੋਗਰਾਮ ਬਣਾਇਆ ਜਾ ਰਿਹਾ ਸੀ ਤੇ ਗੁਰੂ ਸਾਹਿਬ ਆਪ ਹੀ ਰਾਵੀ ਨਦੀ ਦੇ ਵਿੱਚ ਜਾ ਕੇ ਡੁੱਬ ਕੇ ਭਾਵ ਕੇ ਆਤਮ ਹੱਤਿਆ ਕਰ ਲਈ। ਨਹੀਂ, ਉਹ ਜਿਹੜਾ ਖਲ ਦੇ ਵਿੱਚ ਮੜਿਆ ਗਿਆ ਉਹ ਰਹੀਮ ਬੇਗ ਨੂੰ ਤੇ ਅਬਦੁੱਲੇ ਨੂੰ ਮੜਿਆ ਗਿਆ। ਗੁਰੂ ਸਾਹਿਬ ਦੇ ਬਾਰੇ ਇਵੇਂ ਦਾ ਕੋਈ ਫਤਵਾ ਸਾਨੂੰ ਨਹੀਂ ਮਿਲਦਾ। ਉਸ ਤੋਂ ਬਾਅਦ ਤੀਜੇ ਚੌਥੇ ਦਿਨ ਫਿਰ ਤੁਝਕੇ ਜਹਾਂਗੀਰੀ ਦਾ ਵਿੱਚ ਜਿਹੜਾ ਫਰਮਾਨ ਸਾਨੂੰ ਮਿਲਦਾ ਹੈ, ਉਹ ਇਹਨਾਂ ਸਾਰੀਆਂ ਸਜ਼ਾਵਾਂ ਦੇਣ ਤੋਂ ਬਾਅਦ ਹੈ, ਜਿਹਦੇ ਵਿੱਚ ਜਹਾਂਗੀਰ ਤੁਝਕੇ ਜਹਾਂਗੀਰੀ ਉਸ ਦੀ ਆਪਣੀ ਇੱਕ ਨਿੱਜੀ ਡਾਇਰੀ, ਉਸ ਤੁਝਕੇ ਜਹਾਂਗੀਰੀ ਦਾ ਇੱਕ ਟਾਈਟਲ ਹੈ ਅਰਜਨ ਕਾ ਕਤਲ, ਉਹ ਪਰਸ਼ੀਅਨ ਦੇ ਵਿੱਚ ਹੈ। ਔਰ ਉਸ ਅਰਜਨ ਕਾ ਕਤਲ ਉਸ ਪੈਰਾਗ੍ਰਾਫ ਦੇ ਵਿੱਚ ਲਿਖਦਾ ਕਿ ਲੰਬੇ ਸਮੇਂ ਤੋਂ ਮੈਂ ਸੁਣ ਰਿਹਾ ਸੀ ਕਿ ਦਰਿਆ ਗੋਂਦਵਾਲ ਜਿਹੜਾ ਬਿਆਸ ਦਰਿਆ ਦੇ ਕੰਢੇ ਦੇ ਉੱਪਰ ਆ, ਉੱਥੇ ਇੱਕ ਕਾਫਰ ਝੂਠ ਦੀ ਦੁਕਾਨ ਖੋਲ ਕੇ ਬੈਠਾ ਹੈ। ਇਹਦਾ ਮਤਲਬ ਕਿ ਜਹਾਂਗੀਰ ਤੱਕ ਇਹ ਸ਼ਿਕਾਇਤਾਂ ਲੰਬੇ ਸਮੇਂ ਤੋਂ ਪਹੁੰਚ ਚੁੱਕੀਆਂ ਸੀ। ਤੇ ਇਹ ਪਹੁੰਚਾਉਣ ਵਾਲੇ ਕੌਣ ਸਨ? ਸ਼ੇਖ ਅਹਿਮਦ ਸਰਹੰਦੀ। ਜਿਹੜਾ ਸ਼ੇਖ ਅਹਿਮਦ ਸਰਹੰਦੀ ਹੈ, ਇਹਦਾ ਜਿਹੜਾ ਬੇਟਾ ਸੀ ਸ਼ੇਖ ਮਾਸੂਮ ਫਾਰੂਕੀ, ਉਹ ਸ਼ਾਹ ਜਹਾਨ ਦਾ ਬੜਾ ਸਾਥੀ ਰਿਹਾ। ਉਸ ਤੋਂ ਬਾਅਦ ਜਿਹੜਾ ਉਹਦਾ ਬੇਟਾ ਸੀ ਸੈਫੂਦੀਨ, ਉਹ ਔਰੰਗਜ਼ੇਬ ਦਾ ਸਲਾਹਕਾਰ ਰਿਹਾ ਹੈ। ਜਿਹੜਾ ਉਹਦਾ ਬੇਟਾ ਸੀ ਕਮਾਲੂਦੀਨ, ਉਹ ਅਬਦੁੱਲਾ ਅਲੀ ਦਾ ਸਲਾਹਕਾਰ ਰਿਹਾ ਹੈ। ਤੇ ਅਲੀ ਉਹ ਹੈ ਜਿਸ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਸਿੱਖਾਂ ਦੇ ਖਿਲਾਫ ਹਮਲਾ ਕਰਨ ਦੇ ਵਾਸਤੇ ਭੇਜਿਆ ਸੀ। ਮਹਿਰਾਜ ਦੀ ਜੰਗ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਉੱਪਰ ਜਦੋਂ ਪਠਾਨ ਲੱਲਾ ਬੇਗ ਜਿਹੜਾ ਹਮਲਾ ਕਰਦਾ ਹੈ, ਉਹ ਲੱਲਾ ਬੇਗ ਵੀ ਸ਼ੇਖ ਅਹਿਮਦ ਸਰਹੰਦੀ ਦੇ ਬੇਟੇ ਦਾ ਚੇਲਾ ਸੀ। ਜਿਹੜਾ ਵਜ਼ੀਰ ਖਾਨ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਦਾ ਹੈ, ਵਜ਼ੀਰ ਖਾਨ ਵੀ ਨਕਸ਼ਬੰਦੀ ਸਿਲਸਿਲੇ ਚੋਂ ਸ਼ੇਖ ਅਹਿਮਦ ਸਰਹੰਦੀ ਦਾ ਚੇਲਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਜਦੋਂ ਨੰਦੇੜ ਕਟਾਰ ਦਾ ਵਾਰ ਕੀਤਾ ਜਾਂਦਾ ਹੈ ਤੇ ਜਿਹੜਾ ਜਮਸ਼ੇਦ ਖਾਨ ਹੈ, ਉਹ ਵੀ ਸ਼ੇਖ ਅਹਿਮਦ ਸਰਹੰਦੀ ਦੇ ਪੁੱਤਰੇ ਸੈਫੂਦੀਨ ਦਾ ਚੇਲਾ ਸੀ। ਸੋ ਮੇਰਾ ਕਹਿਣ ਤੋਂ ਭਾਵ ਇਹ ਸੀ ਕਿ ਇਹ ਜਿਹੜਾ ਨਕਸ਼ਬੰਦੀ ਸਿਲਸਿਲਾ ਹੈ, ਇਹ ਪੂਰੀ ਤਰ੍ਹਾਂ ਦੇ ਨਾਲ ਸਿੱਖਾਂ ਦੇ ਖਿਲਾਫ ਇਸ ਕਰਕੇ ਸੀ ਕਿ ਜਿਸ ਤਰ੍ਹਾਂ ਦੇ ਨਾਲ ਇਹ ਤਲਵਾਰ ਦੇ ਜ਼ੋਰ ਦੇ ਨਾਲ ਇਸਲਾਮ ਨੂੰ ਫੈਲਾਉਣਾ ਚਾਹੁੰਦੇ ਸੀ, ਸਿੱਖ ਪੰਥ ਉਸ ਦੇ ਸਾਹਮਣੇ ਬੜੀ ਵੱਡੀ ਰੁਕਾਵਟ ਸੀ। ਸੋ ਗੁਰੂ ਸਾਹਿਬ ਨੂੰ ਸ਼ਹਾਦਤ ਦੇ ਬਾਰੇ ਜਿਹੜਾ ਜ਼ਿਕਰ ਮਿਲਦਾ ਤੁਝਕੇ ਜਹਾਂਗੀਰੀ ਦੇ ਵਿੱਚ ਕਿ ਲੰਬੇ ਸਮੇਂ ਤੋਂ ਖਬਰਾਂ ਪਹੁੰਚ ਰਹੀਆਂ ਸਨ ਕਿ ਇੱਕ ਕਾਫਰ ਨੇ ਇੱਕ ਝੂਠ ਦੀ ਦੁਕਾਨ ਖੋਲੀ ਹੈ
ਤੇ ਮੈਂ ਮੁਰਤਜ਼ਾ ਖਾਨ ਨੂੰ ਹੁਕਮ ਦਿੱਤਾ। ਮੁਰਤਜ਼ਾ ਖਾਨ ਕੌਣ ਹੈ? ਸ਼ੇਖ ਫਰੀਦ ਬੁਖਾਰੀ ਨੂੰ ਅਹੁਦਾ ਦਿੱਤਾ ਗਿਆ ਮੁਰਤਜ਼ਾ ਖਾਨ ਦਾ। ਮੈਂ ਮੁਰਤਜ਼ਾ ਖਾਨ ਨੂੰ ਹੁਕਮ ਦਿੱਤਾ ਕਿ ਜਾਂ ਤਾਂ ਇਸ ਦੁਕਾਨੇ ਬਾਤਲ ਨੂੰ ਬੰਦ ਕਰਕੇ ਇਸ ਨੂੰ ਦੀਨੇ ਇਸਲਾਮ 'ਚ ਲੈ ਆਓ, ਤੇ ਜਾਂ ਫਿਰ ਅਮਰ ਕਰਦਮ ਕੇ ਊਂ ਰਾਵਾ ਸਿਆਸਤ ਵਾਬਾ ਯਾਸਾ ਰਸਾਨੰਦ। ਅਮਰ ਹੁਕਮ ਅਸੀਂ ਪੜ੍ਹਦੇ ਨਾ, ਸੱਚੇ ਤੇਰੇ ਅਮਰ ਸੱਚੇ ਦੀਵਾਨ। ਅਮਰ ਸ਼ਬਦ ਫਾਰਸੀ 'ਚੋਂ ਆਵੇਗਾ, ਇਹਦਾ ਮਤਲਬ ਹੈ ਹੁਕਮ। ਅਮਰ ਸ਼ਬਦ ਸੰਸਕ੍ਰਿਤ 'ਚੋਂ ਆਵੇਗਾ ਤੇ ਇਹਦਾ ਸ਼ਬਦ ਹੈ ਮੌਤ ਤੋਂ ਰਹਿਤ, ਅਮਰ ਹੋ ਜਾਣਾ। ਸੋ ਇੱਥੇ ਅਮਰ ਸ਼ਬਦ ਫਾਰਸੀ 'ਚੋਂ, ਅਮਰ ਕਰਦਮ ਕੀ ਊਂ ਰਾਵਾ ਬਸ ਸਿਆਸਤ ਵਾਬਾ ਜਾਸਾ ਰਸਾਨੰਦ, ਕਿ ਜੇਕਰ ਉਹ ਦੀਨੇ ਇਸਲਾਮ ਦੇ ਵਿੱਚ ਨਹੀਂ ਆਉਂਦਾ ਤਾਂ ਉਸ ਨੂੰ ਸਿਆਸਤ ਦੀ ਧਾਰਾ ਜਾਸਾ ਦੇ ਅਧੀਨ ਕਤਲ ਕਰ ਦਿੱਤਾ ਜਾਵੇ। ਹੁਣ ਇਹ ਸਮਝਣ ਵਾਲੀ ਗੱਲ ਹੈ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਸ਼ਹੀਦਾਂ ਦੇ ਸਿਰਤਾਜ। ਹੁਣ ਗੁਰੂ ਸਾਹਿਬ ਦੇ ਸਾਹਮਣੇ ਜ਼ਿੰਦਗੀ ਜੀਣ ਦਾ ਇੱਕ ਦਰਵਾਜ਼ਾ ਖੁੱਲ੍ਹਾ ਹੈ। ਉਹ ਦਰਵਾਜ਼ਾ ਕੀ ਹੈ ਕਿ ਤੁਸੀਂ ਗੁਰੂ ਦੀ ਅਕੀਦੇ ਨੂੰ, ਗੁਰੂ ਦੀ ਵਿਚਾਰਧਾਰਾ ਨੂੰ ਛੱਡ ਕੇ ਇਸਲਾਮ ਦੇ ਵਿੱਚ ਆ ਜਾਓ, ਤੁਸੀਂ ਜ਼ਿੰਦਗੀ ਜੀ ਸਕਦੇ ਹੋ। ਪਰ ਜਿਹੜੇ ਮੈਂ ਪਹਿਲਾਂ ਸ਼ਹੀਦਾਂ ਦੀ ਗੱਲ ਕੀਤੀ ਹੈ, ਜੀਸਸ ਕ੍ਰਾਈਸਟ ਦੇ ਕੋਲ ਕੋਈ ਆਪਸ਼ਨ ਨਹੀਂ ਸੀ, ਸ਼ਹੀਦ ਹੋਣਾ ਹੀ ਪੈਣਾ ਸੀ। ਕਰਬਲਾ ਦੇ ਮੈਦਾਨ ਦੇ ਵਿੱਚ ਮੁਹੰਮਦ ਸਾਹਿਬ ਦੇ ਦੋਤਰੇ ਹੁਸੈਨ ਦੇ ਕੋਲ ਕੋਈ ਆਪਸ਼ਨ ਨਹੀਂ ਸੀ। ਉਹ ਤਾਂ ਤਰਲੇ ਲੈ ਰਿਹਾ ਸੀ ਕਿ ਮੈਨੂੰ ਜਾਣ ਦਿੱਤਾ ਜਾਵੇ, ਸ਼ਹੀਦ ਹੋਣਾ ਹੀ ਪੈਣਾ ਸੀ। ਸੁਕਰਾਤ ਦੇ ਕੋਲ ਕੋਈ ਆਪਸ਼ਨ ਨਹੀਂ ਸੀ, ਕਿਉਂਕਿ ਜਿਊਰੀ ਨੇ ਫੈਸਲਾ ਦੇ ਦਿੱਤਾ ਸੀ ਕਿ ਤੈਨੂੰ ਜ਼ਹਿਰ ਦਾ ਪਿਆਲਾ ਪੀਣਾ ਹੀ ਪੈਣਾ ਹੈ। ਪਰ ਇੱਥੇ ਗੁਰੂ ਦੇ ਕੋਲ ਆਪਸ਼ਨ ਹੈ, ਔਰ ਆਪਸ਼ਨ ਤੇ ਪੇਸ਼ਕਸ਼ ਹੋਣ ਦੇ ਬਾਵਜੂਦ ਜ਼ਿੰਦਗੀ ਨੂੰ ਨਕਾਰ ਕੇ ਮੌਤ ਨੂੰ ਸਵੀਕਾਰਨਾ, ਇੱਥੇ ਕਿਹਾ ਜਾਂਦਾ ਸ਼ਹੀਦਾਂ ਦੇ ਸਿਰਤਾਜ। ਸ਼ਹੀਦ ਪਹਿਲਾਂ ਹੋਏ ਨੇ, ਇਨਕਾਰ ਹੀ ਨਹੀਂ ਤੁਸੀਂ ਹੋ ਸਕਦੇ, ਪਰ ਆਪਸ਼ਨ ਨਹੀਂ ਸੀ ਜ਼ਿੰਦਗੀ ਜੀਉਣ ਦੀ। ਇੱਥੇ ਤਾਂ ਬੜੀ ਖੁੱਲੀ ਆਪਸ਼ਨ ਹੈ, ਦੁਕਾਨੇ ਬਾਤਲ ਬੰਦ ਕਰੋ, ਦੀਨੇ ਇਸਲਾਮ 'ਚ ਆ ਜਾਓ। ਤੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਹੁੰਦੇ ਨੇ। ਇੱਥੇ ਫਿਰ ਇੱਕ ਵੱਖਰੀ ਗੱਲ ਜਿਹੜੀ ਮੈਂ ਕੱਲ੍ਹ ਵੀ ਕੀਤੀ ਸੀ, ਜੇ ਜਾਨ ਤਵਾਨੀ ਜਾਨੀ ਹੈ ਇਸ ਜਾਂਕੀ ਤੋਂ ਕੋਈ ਬਾਤ ਨਹੀਂ, ਜਿਸ ਦਾ ਜਿਸੇ ਕੋਈ ਮਕਤਲ में गया वो शान सलामत रहती है। ਕੋਈ ਤੁਹਾਨੂੰ ਇਤਿਹਾਸਕ ਸਰੋਤ ਇਹ ਨਹੀਂ ਕਹੇਗਾ ਕਿ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਗਿਆ। ਗੁਰੂ ਸਾਹਿਬ ਆਪ ਲਾਹੌਰ ਪਹੁੰਚਦੇ ਨੇ, ਆਪ ਲਾਹੌਰ ਜਾਂਦੇ ਨੇ। ਉੱਥੇ ਗੁਰੂ ਸਾਹਿਬ ਦੇ ਉੱਪਰ ਜਿਹੜਾ ਤਸ਼ੱਦਦ ਤੇ ਜਿਹੜੇ ਤਸੀਹੇ ਨੇ ਉਹ ਹੈ ਸਿਆਸਤ ਵਾ ਯਾਸਾ। ਇਹ ਜਿਹੜੀ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਦੰਡਾਵਲੀ, ਜਿਸ ਨੂੰ ਕ੍ਰਿਮੀਨਲ ਪ੍ਰੋਸੀਜਰ ਕੋਡ ਕਿਹਾ ਜਾਂਦਾ, ਧਾਰਾ ਐਕਟ, ਕਿਹੜੇ ਐਕਟ ਦੇ ਅਧੀਨ? ਜਿਸ ਤਰ੍ਹਾਂ ਹੁਣ ਅਟੈਂਪਟ ਟੂ ਮਰਡਰ ਆ ਤੇ 307, ਜੇ ਮਰਡਰ ਆ 302, ਜਿਵੇਂ ਇਵੇਂ ਦੀਆਂ ਧਾਰਾ ਹੁੰਦੀਆਂ ਨੇ, ਇਵੇਂ ਇੱਕ ਧਾਰਾ ਦਾ ਨਾਮ ਹੈ ਸਿਆਸਤ ਵਾ ਯਾਸਾ। ਇਸ ਨੂੰ 1252 ਦੇ ਵਿੱਚ ਚੰਗੇਜ਼ ਖਾਨ ਨੇ ਬਣਾਇਆ ਸੀ। ਚੰਗੇਜ਼ ਖਾਨ ਦਾ ਜਿਹੜਾ ਪਹਿਲਾ ਧਰਮ ਸੀ ਉਹ ਸ਼ੈਮੀਅਨ ਸੀ, ਤੇ ਉਹਨਾਂ ਦੇ ਕਬੀਲੇ ਦੇ ਵਿੱਚ ਰੂਹਾਂ ਦੀ, ਭੂਤਾਂ ਦੀ, ਪ੍ਰੇਤਾਂ ਦੀ, ਰੁੱਖਾਂ ਦੀ, ਅਗਨੀ ਦੀ, ਪਾਣੀ ਦੀ ਪੂਜਾ ਕੀਤੀ ਜਾਂਦੀ ਸੀ। ਤੇ ਉਹਨਾਂ ਦੇ ਜਿਹੜੇ ਧਾਰਮਿਕ ਗੁਰੂ ਸੀ ਉਸ ਨੂੰ ਬਿੱਕੀ ਕਿਹਾ ਜਾਂਦਾ ਸੀ। ਤੇ ਉਹਨਾਂ ਦੇ ਵਿੱਚ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਜੇਕਰ ਬਿੱਕੀ ਕੋਈ ਗਲਤੀ ਕਰ ਦੇਵੇ, ਧਾਰਮਿਕ ਗੁਰੂ, ਤੇ ਜੇ ਉਹਨੂੰ ਸਜ਼ਾ ਦੇਣੀ ਹੈ ਨਾ, ਤੇ ਉਹਨੂੰ ਸਜ਼ਾ ਐਵੇਂ ਦੀ ਦਿਓ ਕਿ ਉਹਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ। ਜੇਕਰ ਉਸ ਵਿਅਕਤੀ ਦਾ ਖੂਨ ਜ਼ਮੀਨ ਤੇ ਡੁੱਲੇਗਾ ਤੇ ਉਹਦੇ ਖੂਨ ਦੇ ਇੱਕ ਇੱਕ ਕਤਰੇ ਦੇ ਵਿੱਚੋਂ ਬਹੁਤ ਸਾਰੀਆਂ ਬਦਰੂਹਾਂ, ਮਾੜੀਆਂ ਰੂਹਾਂ ਜਨਮ ਲੈਣਗੀਆਂ, ਮਾੜੀਆਂ ਆਤਮਾ ਜਨਮ ਲੈਣਗੀਆਂ, ਜਿਹੜੀਆਂ ਕਬੀਲੇ ਨੂੰ ਤੰਗ ਕਰਨਗੀਆਂ। ਸੋ 1252 ਦੇ ਵਿੱਚ ਜਦੋਂ ਉਸਨੇ ਆਪਣੇ ਸੰਵਿਧਾਨ ਦੀ ਕਿਤਾਬ ਬਣਾਈ, ਜਿਸ ਨੂੰ ਬਲੀਕ ਕਿਹਾ ਜਾਂਦਾ ਹੈ, ਉਸ ਬਲੀਕ ਦੇ ਵਿੱਚ ਉਸਨੇ ਇਹ ਗੱਲ ਲਿਖ ਦਿੱਤੀ। ਪਰ ਜਦੋਂ ਮੰਗੋਲੀਅਨਸ ਨੇ ਇਸਲਾਮ ਧਰਮ ਧਾਰਨ ਕਰ ਲਿਆ, ਇਸਲਾਮ ਦੇ ਵਿੱਚ ਆ ਗਏ, ਉਹਨਾਂ ਕੁਝ ਰਵਾਇਤਾਂ ਤੇ ਇਸਲਾਮ ਦੀਆਂ ਲੈ ਲਈਆਂ ਤੇ ਕੁਝ ਆਪਣੀਆਂ ਕਬਾਇਲੀ ਟਰਾਈਬਲ ਜਿਹੜੀਆਂ ਸੀਗੀਆਂ, ਟਰਾਈਬਲ ਕਲਚਰ ਦੇ ਵਿੱਚੋਂ ਉਹ ਲੈ ਲਈਆਂ। ਪਰ ਉਹਨਾਂ ਦਾ ਇਹ ਵਿਸ਼ਵਾਸ ਇਹੀ ਰਿਹਾ ਕਿ ਜੇਕਰ ਧਾਰਮਿਕ ਵਿਅਕਤੀ ਨੂੰ ਮੌਤ ਦੀ ਸਜ਼ਾ ਦੇਣੀ ਹੈ ਤੇ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ। ਇਸੇ ਕਰਕੇ ਗੁਰੂ ਸਾਹਿਬ ਨੂੰ ਜਿਹੜੇ ਤਸੀਹੇ ਦਿੱਤੇ ਜਾਂਦੇ ਨੇ, ਦੇਗ 'ਚ ਉਬਾਲਿਆ ਜਾਂਦਾ ਹੈ, ਜ਼ਮੀਨ ਤੇ ਖੂਨ ਨਾ ਡੁੱਲੇ, ਤਵੀ ਤੇ ਬਿਠਾਇਆ ਜਾਂਦਾ ਹੈ, ਜ਼ਮੀਨ ਤੇ ਖੂਨ ਨਾ ਡੁੱਲੇ, ਤੇ ਉਸ ਤੋਂ ਬਾਅਦ ਬੱਧੇ ਹੀ ਦਿੱਤੇ ਨਦੀ ਰੁੜਾਏ, ਫਿਰ ਨਦੀ ਦੇ ਵਿੱਚ ਰੋੜ ਦਿੱਤਾ ਜਾਂਦਾ ਹੈ। ਸੋ ਇਹ ਜਿੰਨੇ ਵੀ ਤਸੀਹੇ ਦਿੱਤੇ ਜਾਂਦੇ ਨੇ ਉਹ ਨੇ ਜਿਨ੍ਹਾਂ ਦੇ ਨਾਲ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ। ਹੁਣ ਅਗਲੀ ਗੱਲ ਦੇ ਉੱਪਰ ਆਈਏ। ਇਹ ਮੰਗੋਲੀਅਨ ਫੈਮਿਲੀ ਹੈ ਤੇ ਅਸੀਂ ਹਰ ਮੁਸਲਮਾਨ ਨੂੰ ਮੁਗਲ ਕਹਿਣਾ ਸ਼ੁਰੂ ਕਰ ਦਿੱਤਾ। ਕਿਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੀਏ,
ਜਦੋਂ ਬਾਬਰ ਆਉਂਦਾ ਹਿੰਦੁਸਤਾਨ ਦੇ ਉੱਪਰ ਹਮਲਾ ਕਰਨ ਦੇ ਵਾਸਤੇ, ਤੇ ਇੱਥੋਂ ਦੇ ਜਿਹੜੇ ਲੋਧੀ ਸਰਦਾਰ ਨੇ, ਲੋਧੀ ਪਠਾਨ ਨੇ, ਉਹ ਮੁਕਾਬਲਾ ਕਰਦੇ ਨੇ। ਹੁਣ ਬਾਬਰ ਵੀ ਮੁਸਲਮਾਨ ਤੇ ਲੋਧੀ ਪਠਾਨ ਵੀ ਮੁਸਲਮਾਨ, ਤੇ ਪਾਤਸ਼ਾਹ ਕੀ ਕਹਿੰਦੇ ਨੇ, ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ, ਓਨੀ ਤੁਪਕ ਤਾਣ ਚਲਾਈ ਓਨੀ ਹਸਤ ਚੜਾਈ। ਮੁਗਲਾਂ ਦੇ ਵਿੱਚ ਤੇ ਪਠਾਣਾ 'ਚ ਜੰਗ ਹੋਈ, ਹੈ ਦੋਵੇਂ ਹੀ ਮੁਸਲਮਾਨ। ਔਰ ਸਾਨੂੰ ਕੀ ਕਹਿ ਦਿੱਤਾ ਜਾਂਦਾ ਹੈ ਜਦੋਂ ਵੀ ਅਸੀਂ ਜੰਗ ਦੀ ਗੱਲ ਕਰਦੇ ਹਾਂ, ਜੀ ਗੁਰੂ ਸਾਹਿਬ ਦੇ ਉੱਪਰ ਮੁਗਲਾਂ ਨੇ ਹਮਲਾ ਕਰ ਦਿੱਤਾ। ਸਾਨੂੰ ਪਤਾ ਹੀ ਨਹੀਂ ਕਿ ਮੰਗੋਲੀਅਨ ਫੈਮਿਲੀ 'ਚੋਂ ਜਿਹੜੇ ਇਸਲਾਮ 'ਚ ਆਉਂਦੇ ਨੇ ਉਹ ਮੁਗਲ ਨੇ, ਸਾਰੇ ਮੁਸਲਮਾਨ ਮੁਗਲ ਨਹੀਂ ਹੈਗੇ। ਪਰ ਮੰਗੋਲੀਅਨ ਫੈਮਿਲੀ, ਚੰਗੇਜ਼ ਖਾਨ ਦੇ ਪਰਿਵਾਰ ਦੇ ਵਿੱਚੋਂ ਬਾਬਰ, ਅੱਗੋਂ ਬਾਬਰ ਦਾ ਹਮਾਯੂ, ਹਮਾਯੂ ਦਾ ਅਕਬਰ, ਅਕਬਰ ਦਾ ਜਹਾਂਗੀਰ, ਅੱਗੋਂ ਸ਼ਾਹਜਹਾਂ ਤੇ ਬਾਅਦ ਔਰੰਗਜ਼ੇਬ, ਇਹ ਪਰਿਵਾਰ ਹੈ ਜਿਹੜੀ ਮੁਗਲ ਫੈਮਿਲੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਜਿੰਨੇ ਹਮਲੇ ਹੁੰਦੇ ਨੇ, ਗੱਲ ਚੱਲ ਰਹੀ ਸੀ, ਤਾਂ ਉਹਦੇ ਵਿੱਚ ਜਿਹੜੇ ਪਹਾੜੀ ਰਾਜੇ ਹਮਲਾ ਕਰਦੇ ਨੇ, ਉਹਨਾਂ ਦੇ ਵਿੱਚ ਪਹਿਲੇ ਹਮਲਿਆਂ 'ਚ ਮੁਗਲਾਂ ਦੀ ਕੋਈ ਸ਼ਮੂਲੀਅਤ ਨਹੀਂ। ਜਿਹੜਾ ਹਰੀ ਖਾਨ ਦੇ ਨਾਲ ਜੰਗ ਹੁੰਦੀ ਹੈ, ਫਤਿਹ ਚੰਦ ਕੋਪਾ ਜਬ ਰਾਜਾ, ਲੋਹਪਰਾ ਹਮਸਿਓ ਬਿਨ ਕਾਜਾ, ਮੁਗਲਾਂ ਦੀ ਉਹਦੇ 'ਚ ਕੋਈ ਗੱਲ ਨਹੀਂ। ਉਹਦੇ ਤੋਂ ਬਾਅਦ ਜਦੋਂ ਰੁਸਤਮ ਖਾਨ ਤੇ ਅਲਿਫ ਖਾਨ ਤੇ ਫਤਿਹ ਖਾਨ ਗੁਰੂ ਸਾਹਿਬ ਦੇ ਉੱਪਰ ਹਮਲਾ ਕਰਦੇ ਨੇ, ਉਹ ਪਠਾਨ ਨੇ, ਮੁਗਲਾਂ ਦੀ ਉਹ 'ਚ ਵੀ ਕੋਈ ਇੰਟਰਫੇਰੈਂਸ ਨਹੀਂ, ਰਾਜਾ ਬੇਸ਼ੱਕ ਮੁਗਲ ਹੈ। ਉਸ ਤੋਂ ਬਾਅਦ ਜਦੋਂ ਅਨੰਦਪੁਰ ਸਾਹਿਬ ਦਾ ਘੇਰਾ ਪੈਂਦਾ ਹੈ, ਤੇ ਉਸ ਘੇਰੇ ਦੇ ਵਿੱਚ ਜਿਹੜਾ ਰੋਪੜ ਦੀ ਚੌਂਕੀ ਦਾ ਪਠਾਨ ਹੈ ਜ਼ਾਫਰ ਬੇਗ, ਉਹ ਵੀ ਪਠਾਨ ਹੈ। ਜਿਹੜੇ ਮਲੇਰਕੋਟਲੇ ਵਾਲੇ ਭਰਾ ਨੇ ਉਹ ਵੀ ਪਠਾਨ ਨੇ, ਸ਼ੇਰ ਮੁਹੰਮਦ ਖਾਨ, ਨਾਹਰ ਖਾਨ, ਨਸ਼ਤਰ ਅਲੀ ਖਾਨ, ਰੁਸਤਮ ਖਾਨ, ख्वाजा खिजर महमूद अली खान, ये सारे ही पठान ने। उस तो बाद मलेरकोटले वाले तो बिना सरहंद वाला जिहड़ा कुंजपुरे का वसनीक वजीर खान है, ये भी पठान है। सानू पता ही नहीं मुगल कौन ने, तुर्क कौन ने, पठान कौन ने, सैयद कौन ने, असी सारिਆਂ ਨੂੰ मुगलों के दायरे च बन लेंगे और असी कहते गुरु साहब दियां मुगलों के नाल जिहड़ियां 14 लड़ाइयां हुई, जदों कि नहीं हुई। मुगल राजा जरूर है, ये कहा जा सकता है कि जिस वेले गुरु साहब के उपर हमले किए गए, जिस समय गुरु साहब को आनंदपुर साहब छड्डना पिया, जिस वेले चमकौर की जंग दे विच गुरु साहब के फरजंद शहीद होए, जिस वेले गुरु साहब के फरजंदां नूं नीहां दे विच चिण के ते उपरंत जिबा करके शहीद किया गया, उदों राज मुगलों का सी, राज मुगलों का सी। पर ये सारे हमले जिहड़े मुगलों करके नहीं हुए, ये बिल्कुल तो साडी इवें दी स्टेटमेंट है जिवें पंजाब दे विच किसी बहुत सारे सिख नौजवानों के कतल करने वाले SSP के बारे असीं कह दईए भी नहीं जी, ये तो सारे कतलों का जिम्मेवार जिहड़ा वो तो मुख मंत्री है, तो असीं जिहड़ा सीधा हमलावर है उसनूं बरी कर दईए। सो ये सानू इतिहास दे विच जिहड़े वरतारे वापर रहे ने ना, इन्हां नूं बड़े ध्यान दे नाल समझण दी लोड़ है। सो गुरु साहब दी शहादत हुंदी है और उस शहादत दे बारे भाई साहब भाई गुरदास दे बड़े भावपूर्ण शब्द, बड़े सहज वाले, उन्हां नूं समझण दी लोड़ है। क्योंकि साडे विच जिस तरह का रैशनलिज्म वधदा जा रहा है ना, हर गल दे उपर बिना किसी लॉजिक तो तर्क करने की प्रवृत्ति पैदा होती जा रही। मैं कल परसों ही किसी किताब च पढ़ रहा सी, जे गुरु अर्जन साहब शहीद होए ने तो भाई गुरदास ने जिक्र क्यों नहीं किया? भाई भाई गुरदास ने जिस आत्मिक पद्धर के उपर जिक्र किया, उन्होंने समझण का यतन तो करो, उसनूं समझिए तो सही जिक्र किवें कीता, वो जिक्र किवें दा। भाई साहब भाई गुरदास कहते रहंदे गुर दरियाओ विच मीन कुलीन हेत निर्वाणी। हुण इस वार दे अध्यात्मक तल नूं समझण दा यतन करियो। देग दे विच उबाले जा रहे ने, देग उपरों बंद है, पर आत्मिक अवस्था पता किवें दी है? रहंदे गुर दरियाओ विच मीन कुलीन हेत निर्वाणी। जिस तरह के नाल मच्छी पानी दे विच बड़े आनंद दे नाल सहज दे विच विचर रही है, पातशाह उबलदे पानी की देग दे विच भी इसे तरह ने। फिर अगली गल, दर्शन देख पतंग ज्यों ज्योति अंदर जोत समाणी। कहते थले अग बल रही है, पर मन की अवस्था इवें दी है जिवें एक बल रही शब्दां दे उपर पतंगा आप अपना आपा कुर्बान करने दे वास्ते आ जा। फिर अगली गल वो कहते ने शब्द सुरत लिव मिर्ग ज्यों भीड़ पई चित अवर न जानी।
ਕਹਿੰਦੇ ਜਿਸ ਤਰ੍ਹਾਂ ਕਸਤੂਰੀ ਵਾਲੇ ਮਿਰਗ ਨੂੰ ਫੜਨ ਦੇ ਵਾਸਤੇ ਸ਼ਿਕਾਰੀ ਰਾਗ ਵਜਾਉਂਦਾ ਹੈ ਤੇ ਮਿਰਗ ਆਪਣੇ ਆਪ ਹੀ ਚੱਲ ਜਾਂਦਾ ਹੈ, ਕਹਿੰਦੇ ਹਕੂਮਤ ਨੇ ਸ਼ਹਾਦਤ ਦਾ ਰਾਗ ਵਜਾਇਆ ਤੇ ਗੁਰੂ ਆਪਣੇ ਆਪ ਹੀ ਮਕਤਲ ਵੱਲ ਤੁਰ ਪਿਆ ਸ਼ਹੀਦ ਹੋਣ ਦੇ ਵਾਸਤੇ। ਫਿਰ ਅਗਲੀ ਗੱਲ ਕਹਿੰਦੇ ਨੇ, ਚਰਨ ਕਮਲ ਮਿਲ ਭੰਵਰ ਜਿਉ ਸੁਖ ਸੰਪਟ ਸੰਗ ਰੈਣ ਵਿਹਾਣੀ। ਕਹਿੰਦੇ ਜਿਸ ਤਰ੍ਹਾਂ ਦੇ ਨਾਲ ਭੰਵਰਾ ਕਮਲ ਦੇ ਫੁੱਲ ਦੇ ਵਿੱਚ ਆ ਕੇ ਬੈਠਦਾ ਹੈ, ਸੂਰਜ ਛਿਪਦਾ ਹੈ, ਪੰਖੜੀਆਂ ਬੰਦ ਹੋ ਜਾਂਦੀਆਂ ਨੇ ਤੇ ਭੰਵਰਾ ਅੰਦਰ ਹੀ ਆਪਣੀ ਜਾਨ ਜਿਹੜੀ ਉਹ ਦੇ ਦਿੰਦਾ ਹੈ। ਕਹਿੰਦਾ ਇਸੇ ਤਰ੍ਹਾਂ ਉਸ ਬੰਦ ਦੇਗ ਦੇ ਵਿੱਚ ਬੜੀ ਸਹਿਜ ਅਵਸਥਾ ਦੇ ਵਿੱਚ ਰਹਿੰਦਿਆਂ ਗੁਰੂ ਪਾਤਸ਼ਾਹ ਨੇ ਆਪਣੀ ਸ਼ਹਾਦਤ ਦੇ ਦਿੱਤੀ। ਸੋ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਰਚਨਾਵਾਂ ਦੇ ਉੱਚ ਆਤਮਿਕ ਓਜ ਨੂੰ ਸਮਝਣ ਦੀ ਲੋੜ ਹੈ। ਸੋ ਇਹ ਸੀ ਗੁਰੂ ਸਾਹਿਬ ਦੇ ਜੀਵਨ, ਸ਼ਹਾਦਤ ਤੇ ਉਸ ਸਮੇਂ ਵਾਪਰੇ ਵਰਤਾਰਿਆਂ ਦੀਆਂ ਕੁਝ ਘਟਨਾਵਾਂ ਦੀ ਸਾਂਝ। ਆਸ ਕਰਦਾ ਹਾਂ ਦੁਬਾਰਾ ਫਿਰ ਕਿਤੇ ਅਸੀਂ ਇਹਨਾਂ ਵਿਸ਼ਿਆਂ ਦੇ ਉੱਪਰ ਜਦੋਂ ਵੀ ਕਿਤੇ ਸੰਗਤ ਨੇ ਕਿਹਾ ਜ਼ਰੂਰ ਅਗਲੇ ਵਿਸ਼ਿਆਂ ਦੀ ਸਾਂਝ ਪਾਉਣ ਦਾ ਯਤਨ ਕਰਾਂਗਾ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।